ਵਾਹਿਗੁਰੂ ਜੀ। ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਅਗਮ ਅਗੋਚਰ ਸੱਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ। ਜੀਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਏ ਤਿਹਾ ਹੋਂ ਕਰੀ ਬਖਿਆਨ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪਹਿਲਾ। ਸਾਗਰ ਮੈਂ ਬੂੰਦ ਬੂੰਦ ਮੈਂ ਸਾਗਰ ਕਵਣ ਬੂਝੈ ਬਿਦ ਜਾਣੈ। ਉਤ ਭੁਜ ਚਲਤ ਆਪ ਕਰ ਚੀਨੈ ਆਪੇ ਤਤ ਪਛਾਣੈ। ਐਸਾ ਵਿਗਿਆਨ ਵਿਚਾਰੈ ਕੋਈ ਤਿਸ ਤੇ ਮੁਗਤ ਪਰਮਗਤ ਹੋਈ। ਸਾਗਰ ਮੈਂ ਬੂੰਦ ਬੂੰਦ ਮੈਂ ਸਾਗਰ ਕਵਣ ਬੂਝੈ ਬਿਦ ਜਾਣੈ। ਉਤ ਭੁਜ ਚਲਤ ਆਪ ਕਰ ਚੀਨੈ ਆਪੇ ਤਤ ਪਛਾਣੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ। ਸਹਿਬੇ ਕਮਾਲ ਹਾਜ਼ਰਾ ਹਜ਼ੂਰ ਜਾਰਾ ਜਹੂਰ ਸਰਬ ਕਲਾ ਭਰਪੂਰ ਸ਼ਬਦ ਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਨ ਦੁਨੀ ਦੇ ਮਾਲਕ ਰਹਿਮਤਾਂ ਦੇ ਦਾਤੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਸਤ ਸੰਗਤ ਦਾ ਅਮੋਲਕ ਸਮਾਂ ਬਖਸ਼ਿਆ ਹੈ। ਗੁਰਬਾਣੀ ਦੀ ਪਾਵਨ ਕਥਾ ਨਾਲ ਜੁੜਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਚੱਲੜੀ ਲੜੀਵਾਰ ਕਥਾ ਵਿਚਾਰ ਦੇ ਤਹਿਤ ਰਾਮ ਕਲੀ ਰਾਗ ਦੇ ਅੰਦਰ ਇਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਪਾਵਨ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਗੁਰਬਾਣੀ ਨੂੰ ਪੜ੍ਹਨ ਸੁਣਨ ਵਿਚਾਰਨ ਬਾਰੇ ਜੋ ਸਤਿਗੁਰੂ ਜੀ ਦਾ ਸਾਨੂੰ ਹੁਕਮ ਹੈ। ਨਿਤ ਉਠ ਗਾਓ ਪ੍ਰਭ ਕੀ ਬਾਣੀ। ਹਰ ਰੋਜ਼ ਗੁਰਬਾਣੀ ਨੂੰ ਪੜ੍ਹਨ ਦਾ ਗਾਣ ਦਾ ਵਿਚਾਰਨ ਦਾ ਹੁਕਮ ਹੈ। ਹਰ ਗੁਣ ਪੜ੍ਹੀਐ ਹਰ ਗੁਣ ਗੁਣੀਐ ਹਰ ਹਰ ਨਾਮ ਕਥਾ ਨਿਤ ਸੁਣੀਐ। ਮਿਲ ਸਤ ਸੰਗਤ ਹਰ ਗੁਣ ਗਾਏ ਜਗ ਭਉਜਲ ਦੁੱਤਰ ਤਰੀਐ ਜੀਓ। ਜਿਵੇਂ ਗੁਰਮੁਖੋ ਆਪਣੇ ਸਰੀਰ ਨੂੰ ਰੋਜ਼ ਭੋਜਨ ਦੀ ਲੋੜ ਹੈ, ਪਾਣੀ ਦੀ ਲੋੜ ਹੈ, ਪਦਾਰਥ ਦੀ ਲੋੜ ਹੈ, ਇਸੇ ਤਰ੍ਹਾਂ ਸਾਡਾ ਆਤਮਿਕ ਜੀਵਨ ਵੀ ਤਾਂ ਸੁਖਮਈ ਆਨੰਦਮਈ ਹੋ ਸਕਦਾ ਜੇਕਰ ਆਪਾਂ ਰੋਜ਼ ਪਰਮੇਸ਼ਵਰ ਦੇ ਨਾਮ ਨੂੰ ਸੁਣੀਏ, ਪੜ੍ਹੀਏ, ਵਿਚਾਰੀਏ, ਗਾਵੀਏ। ਸੋ ਗੁਰਬਾਣੀ ਦੇ ਵਿੱਚ ਸਾਨੂੰ ਰੋਜ਼ ਸਤਿਗੁਰੂ ਜੀ ਜੋ ਉਪਦੇਸ਼ ਬਖਸ਼ਦੇ ਨੇ
ਉਹ ਇਹੀ ਹੈ ਕਿ ਕਿਸ ਤਰ੍ਹਾਂ ਇਹ ਮਨੁੱਖ ਆਪਣੇ ਜੀਵਨ ਨੂੰ ਆਨੰਦਮਈ ਬਣਾ ਸਕਦਾ ਹੈ ਔਰ ਆਨੰਦ ਦੇ ਨਾਲ ਆਪਣੇ ਜੀਵਨ ਦੀ ਯਾਤਰਾ ਨੂੰ ਸਫਲ ਕਰ ਸਕਦਾ ਹੈ, ਜਿਸ ਵਾਸਤੇ ਇਹ ਜੀਵਨ ਮਿਲਿਆ ਹੈ। ਬਹੁਤਾਤ ਗਿਣਤੀ ਜਿਹੜੀ ਹੈ ਉਹ ਸਤਿਗੁਰੂ ਜੀ ਕਹਿੰਦੇ ਖੱਜਲ ਖੁਆਰੀ ਵਾਲੇ ਰਸਤੇ ਪਾਸੇ ਹੀ ਤੁਰੀ ਰਹਿੰਦੀ ਹੈ। ਵਿਰਲੇ ਹਨ ਜਿਹੜੇ ਇਸ ਮਾਰਗ ਤੇ ਚੱਲ ਕੇ ਆਪਣੇ ਜੀਵਨ ਨੂੰ ਆਨੰਦਮਈ ਬਣਾ ਲੈਂਦੇ ਨੇ। ਸਵਾਓ ਸਤਿਗੁਰੂ ਪਾਤਸ਼ਾਹ ਜੀ ਜੋ ਬਖਸ਼ਿਸ਼ ਕਰ ਰਹੇ ਨੇ 878 ਅਤੇ 879 ਅੰਗ ਤੇ ਵਾਹਿਗੁਰੂ ਨਿਰੰਕਾਰ ਸਾਡੇ ਤੋਂ ਕਿਤੇ ਦੂਰ ਨਹੀਂ ਹੈ। ਪਰਮਾਤਮਾ ਤਾਂ ਕਣ ਕਣ ਦੇ ਵਿੱਚ ਰਮਿਆ ਹੋਇਆ ਹੈ, ਪਰ ਸਾਨੂੰ ਸਮਝ ਕਿਉਂ ਨਹੀਂ ਆ ਰਹੀ। ਅਸੀਂ ਉਸ ਵਾਹਿਗੁਰੂ ਦੇ ਨਾਮ ਤੋਂ ਵਿਰਵੇ ਕਿਉਂ ਹਾਂ, ਖਾਲੀ ਕਿਉਂ ਹਾਂ। ਸਾਨੂੰ ਉਹ ਆਨੰਦ ਦੀ ਅਵਸਥਾ ਪ੍ਰਾਪਤ ਕਿਉਂ ਨਹੀਂ ਹੋ ਰਹੀ। ਤਾਂ ਸਤਿਗੁਰੂ ਜੀ ਇਹਦਾ ਕਾਰਨ ਦੱਸਦੇ ਨੇ ਕਿ ਮਨੁੱਖ ਗਿਆਨ ਤੋਂ ਵਿਹੂਣਾ ਹੈ। ਜਿਵੇਂ ਵੇਖੋ ਅੱਜ ਆਪਾਂ ਸੰਸਾਰ ਵਿੱਚ ਝਾਤੀ ਮਾਰੀਏ, ਕਿੰਨੇ ਮਨੁੱਖ ਨੇ ਸੁੱਖ ਦੇ ਸਾਧਨ ਪੈਦਾ ਕਰ ਲਏ ਨੇ ਔਰ ਇਹਨਾਂ ਤੋਂ ਸੁੱਖ ਲੈ ਰਿਹਾ ਹੈ। ਅੱਜ ਤੋਂ ਜੇ ਆਪਾਂ 100 ਸਾਲ ਜਾਂ 200 ਸਾਲ ਪਿੱਛੇ ਚਲੇ ਜਾਈਏ, ਮਨੁੱਖ ਦੇ ਕੋਲ ਇਸ ਤਰ੍ਹਾਂ ਦੇ ਸਾਧਨ ਨਹੀਂ ਸਨ। ਬੜਾ ਜੀਵਨ ਵਿੱਚ ਉਹਨਾਂ ਨੂੰ ਦੁਸ਼ਵਾਰੀ ਵੇਖਣੀ ਪੈਂਦੀ ਸੀ, ਬੜੀ ਖੱਜਲ ਖੁਆਰੀ ਹੁੰਦੀ ਸੀ। ਕਿਤੇ ਆਫਤਾਂ ਆ ਜਾਣੀਆਂ, ਕਈ ਮਹੀਨੇ ਉਹ ਜਿਹੜਾ ਕੁਦਰਤ ਦੇ ਵਿੱਚ ਵਿਗਾੜ ਪੈਂਦਾ ਉਹ ਠੀਕ ਹੀ ਨਾ ਹੁੰਦਾ। ਕਿਤੇ ਹੜ੍ਹ ਆਉਣੇ ਜਾਂ ਕਿਸੇ ਵੀ ਤਰ੍ਹਾਂ ਦੀ ਜਦੋਂ ਆਫਤ ਆਉਣੀ, ਅੱਜ ਘੰਟਿਆਂ ਦੇ ਵਿੱਚ ਉਸ ਆਫਤ ਦੇ ਨਾਲ, ਮੁਸੀਬਤ ਦੇ ਨਾਲ ਨਜਿੱਠ ਲਿਆ ਜਾਂਦਾ ਹੈ। ਤੇ ਆਪਾਂ ਵੇਖਦੇ ਹਾਂ ਜੇ ਕਿਸੇ ਮਨੁੱਖ ਨੂੰ ਕੋਈ ਰੋਗ ਲੱਗ ਜਾਣਾ, ਉਹਦਾ ਵੀ ਕੋਈ ਬਹੁਤਾ ਸਹੀ ਇਲਾਜ ਨਾ ਮਿਲਣਾ। ਅੱਜ ਮਨੁੱਖ ਦੇ ਕੋਲ ਕਿੰਨੇ ਸਾਧਨ, ਕਿੰਨੀ ਵੀ ਖਤਰਨਾਕ ਤੋਂ ਖਤਰਨਾਕ ਬਿਮਾਰੀ ਹੋਵੇ ਉਹਦਾ ਵੀ ਆਪਰੇਸ਼ਨ ਹੋ ਜਾਂਦਾ, ਇਲਾਜ ਹੁੰਦਾ ਹੈ ਔਰ ਮਨੁੱਖ ਨੂੰ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ। ਜਾਨ ਆਵਣ ਦੇ ਵਿੱਚ ਕਿੰਨੇ ਸਾਧਨ ਜੁਟ ਗਏ, ਕਿੰਨਾ ਮਨੁੱਖ ਸੁਖੀ ਹੋਇਆ ਹੈ। ਇਹ ਕਿੱਥੋਂ ਪੈਦਾ ਹੋਇਆ? ਇਹ ਸਾਰੇ ਸਾਧਨ ਗਿਆਨ ਵਿੱਚੋਂ ਪੈਦਾ ਹੋਏ ਨੇ। ਜਿਵੇਂ ਜਿਵੇਂ ਮਨੁੱਖ ਨੇ ਪੜ੍ਹਿਆ ਹੈ, ਵਿਚਾਰਿਆ, ਖੋਜਿਆ, ਤਾਂ ਅਨੇਕ ਤਰ੍ਹਾਂ ਦੇ ਉਪਕਰਨ ਪੈਦਾ ਹੋ ਗਏ ਨੇ। ਅੱਜ ਗਰਮੀ ਹੋਵੇ ਤੇ ਗਰਮੀ ਵਿੱਚ ਆਪਾਂ ਨੂੰ ਗਰਮੀ ਨਹੀਂ ਲੱਗੇਗੀ। ਘਰ ਦੇ ਵਿੱਚ ਏਸੀ ਲੱਗਾ ਹੈ, ਦਫ਼ਤਰ ਵਿੱਚ ਏਸੀ ਹੈ, ਗੱਡੀ ਵਿੱਚ ਏਸੀ ਹੈ। ਜਿੱਥੇ ਜਾ ਕੇ ਚਾਹ ਪਾਣੀ ਪੀਣਾ, ਬੈਠਣਾ, ਉੱਥੇ ਵੀ ਸਾਰੀਆਂ ਇਹ ਸਹੂਲਤਾਂ ਨੇ। ਭਾਵ ਮਨੁੱਖ ਗਰਮੀ ਤੋਂ ਬਚਦਾ ਹੈ। ਇਸੇ ਤਰ੍ਹਾਂ ਸਰਦੀ ਤੋਂ ਬਚਣ ਵਾਸਤੇ ਵੀ ਉਪਕਰਨ ਉਹੀ ਹਨ। ਇਹ ਸਾਰੇ ਕਿੱਥੋਂ ਪੈਦਾ ਹੋਏ ਨੇ? ਗਿਆਨ ਦੇ ਵਿੱਚੋਂ। ਤੇ ਜੇ ਪਿਛਲੇ ਸਮੇਂ ਵਿੱਚ ਝਾਤੀ ਮਾਰੀਏ, ਉਸ ਸਮੇਂ ਇਹ ਚੀਜ਼ ਨਹੀਂ ਸੀ। ਇਸੇ ਤਰ੍ਹਾਂ ਗੁਰਬਾਣੀ ਦੇ ਵਿੱਚੋਂ ਸਾਨੂੰ ਸਭ ਕੁਝ ਪ੍ਰਾਪਤ ਹੋ ਜਾਵੇਗਾ ਜੇ ਆਪਾਂ ਖੋਜ ਕਰਾਂਗੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਕਿ ਜੈਸੇ ਤੋ ਸਕਲ ਨਿਧ ਪੂਰਨ ਸਮੁੰਦਰ ਵਿਖੈ ਹੰਸ ਮਰ ਜੀਵਾ ਨਿਚੈ ਪ੍ਰਸਾਦ ਪਾਵਈ। ਜੈਸੇ ਪਰਬਤ ਵਿਖੈ ਹੀਰਾ ਮਾਨਕ ਪਾਰਸ ਸਿੱਧ ਖਨਵਾਰਾ ਖਨ ਜਗ ਵਿਖੈ ਪ੍ਰਗਟਾਵਈ। ਜੈਸੇ ਬਨ ਵਿਖੈ ਮਲਿਆਗਰ ਸੋਧਾ ਕਪੂਰ ਸੋਧ ਕੈ ਸੁਭਾਸੀ ਸੁਭਾਸ ਵੈ ਸਾਵਈ। ਤੈਸੇ ਗੁਰਬਾਣੀ ਵਿਖੈ ਸਗਲ ਪਦਾਰਥ ਹੈ ਜੋਈ ਜੋਈ ਖੋਜੈ ਸੋਈ ਸੋਈ ਨਿਪਜਾਵੀ। ਜਿਹੜਾ ਖੋਜ ਕਰੇਗਾ ਉਹਨੂੰ ਪ੍ਰਾਪਤ ਹੋਵੇਗਾ। ਜਿਵੇਂ ਵਿਗਿਆਨੀਆਂ ਨੇ ਖੋਜ ਕਰਕੇ, ਸਾਇੰਸਦਾਨਾਂ ਨੇ ਖੋਜ ਕਰਕੇ ਸੰਸਾਰ ਨੂੰ ਬੜੇ ਉਪਕਰਨ ਦਿੱਤੇ ਨੇ, ਇਸੇ ਤਰ੍ਹਾਂ ਅਵਤਾਰਾਂ, ਸਾਧੂ, ਮਹਾਤਮਾ, ਪੀਰ, ਪੈਗੰਬਰਾਂ, ਗੁਰੂਆਂ ਨੇ ਸਾਨੂੰ ਰੱਬ ਦੇ ਨਾਮ ਨਾਲ ਜੋੜਿਆ। ਭਾਈ ਜੇ ਤੁਸੀਂ ਇਹ ਨਾਮ ਨਾਲ ਜੁੜੋਗੇ, ਸੇਵਾ ਕਰੋਗੇ, ਸਿਮਰਨ ਕਰੋਗੇ, ਤੁਹਾਨੂੰ ਸੁੱਖ ਦੀ ਪ੍ਰਾਪਤੀ ਹੋਵੇਗੀ। ਸੋ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਦੁਆਰਾ ਜੋ ਉਪਦੇਸ਼ ਕਰ ਰਹੇ ਹਨ, ਅੰਮ੍ਰਿਤ ਬਚਨਾਂ ਨਾਲ ਸਾਂਝ ਪਾਈਏ। ਪਿਆਰ ਨਾਲ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਰਾਮ ਕਲੀ ਮਹੱਲਾ ਪਹਿਲਾ। ਰਾਮ ਕਲੀ ਰਾਗ ਬਹੁਤ ਮਿੱਠਾ ਤੇ ਪਿਆਰਾ ਰਾਗ ਹੈ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਮਹੱਲਾ ਪਹਿਲਾ ਭਾਵ ਪਹਿਲੇ ਪਾਤਸ਼ਾਹ ਫਰਮਾਨ ਕਰ ਰਹੇ ਨੇ। ਸਾਗਰ ਮੈਂ ਬੂੰਦ, ਬੂੰਦ ਮੈਂ ਸਾਗਰ, ਕਵਣ ਬੂਝੈ ਬਿਧ ਜਾਣੈ। ਸਾਗਰ ਵਿੱਚ ਪਾਣੀ ਦੀ ਬੂੰਦ ਸਮਾਈ ਹੋਈ ਹੈ ਤੇ ਬੂੰਦ ਵਿੱਚ ਸਾਗਰ ਹੈ। ਭਾਵ ਜਿਹੜੇ ਸਾਗਰ ਦੇ ਵਿੱਚ ਗੁਣ ਨੇ ਉਹ ਸਾਰੇ ਪਾਣੀ ਦੀ ਬੂੰਦ ਵਿੱਚ ਹਨ, ਪਰ ਉਹ ਪ੍ਰਗਟ ਤਾਂ ਹੋਣਗੇ ਜੇਕਰ ਬੂੰਦ ਸਾਗਰ ਨਾਲ ਮਿਲ ਜਾਵੇ। ਮਨੁੱਖ ਇੱਕ ਬੂੰਦ ਦੀ ਤਰ੍ਹਾਂ ਹੈ, ਭਾਵ ਇਹਦੀ ਹਸਤੀ ਬਹੁਤ ਛੋਟੀ ਹੈ। ਪਰਮਾਤਮਾ ਵਾਹਿਗੁਰੂ ਸਾਗਰ ਦੀ ਤਰ੍ਹਾਂ ਹੈ। ਇਹਦੇ ਵਿੱਚ ਪਰਮਾਤਮਾ ਵਾਲੇ ਸਾਰੇ ਗੁਣ ਹਨ, ਪਰ ਉਹ ਪ੍ਰਗਟ ਤਾਂ ਹੋਣਗੇ ਜਦੋਂ ਆਪਾਂ ਰੱਬ ਨਾਲ ਜੁੜਾਂਗੇ, ਵਾਹਿਗੁਰੂ ਦੇ ਨਾਲ ਇੱਕ ਹੋ ਜਾਵਾਂਗੇ। ਮਹਾਰਾਜ ਕਹਿੰਦੇ ਸਾਗਰ ਮੈਂ ਬੂੰਦ, ਬੂੰਦ ਮੈਂ ਸਾਗਰ, ਪਰ ਉਹ ਦਿਖਾਈ ਤਾਂ ਦਿੰਦਾ ਨਹੀਂ ਹੈ। ਬੂੰਦ ਦੇ ਵਿੱਚ ਸਾਗਰ ਤਾਂ ਸਾਹਮਣੇ ਵੱਡਾ ਦਿਖਾਈ ਦਿੰਦਾ ਹੈ, ਪਰ ਬੂੰਦ ਵਿੱਚ ਸਾਗਰ ਨਹੀਂ ਦਿਖਾਈ ਦਿੰਦਾ। ਕਿਉਂ? ਕਿਉਂਕਿ ਸਾਡੇ ਕੋਲ ਉਹ ਦ੍ਰਿਸ਼ਟੀ ਨਹੀਂ ਹੈ। ਭਾਈ ਗੁਰਦਾਸ ਜੀ ਨੇ ਇੱਕ ਇਹ ਵੀ ਪ੍ਰਮਾਣ ਲਿਖਿਆ ਹੈ, ਕਹਿੰਦੇ ਜਿਵੇਂ ਜੈਸੇ ਬਟ ਬੀਜ ਅਤ ਸੁਖਮ ਸਰੂਪ ਹੋਤ, ਬੋਏ ਸੇ ਵਿਵਧ ਕਰੈ ਬਿਰਖਾ ਵਿਸਤਾਰ ਜੀ। ਬਰੋਟੇ ਦਾ ਇੱਕ ਛੋਟਾ ਜਿਹਾ ਬੀਜ ਵੇਖ ਕੇ ਸਿਆਣੇ ਪੁਰਸ਼ਾਂ ਨੇ ਆਖਿਆ, ਵਾਹ ਬਈ ਵਾਹ, ਕਿੱਡਾ ਵੱਡਾ ਬਰੋਟਾ ਇਹਦੇ ਵਿੱਚ ਛੁਪਿਆ ਹੋਇਆ ਹੈ। ਅਣਜਾਣ ਬੱਚੇ ਉਹ ਕਹਿਣ ਲੱਗੇ, ਬਾਬਾ ਇਹਨਾਂ ਵਿੱਚ ਦਿਖਾਈ ਤਾਂ ਕੁਝ ਦੇ ਨਹੀਂ ਰਿਹਾ, ਤਾਂ ਛੋਟਾ ਜਿਹਾ ਬੀਜ ਹੈ, ਤੁਸੀਂ ਕਹਿੰਦੇ ਹੋ ਇਹਦੇ ਵਿੱਚ ਬਹੁਤ ਵੱਡਾ ਬਰੋਟਾ ਹੈ। ਤਾਂ ਉਹ ਕਹਿੰਦੇ ਵਿਧੀ ਹੈ, ਇਸ ਬੀਜ ਨੂੰ ਧਰਤੀ ਵਿੱਚ ਬੀਜ ਦੇਵੋ। ਕਹਿਣਾ ਮੰਨ ਕੇ ਜਦੋਂ ਉਸ ਬੀਜ ਨੂੰ ਧਰਤੀ ਵਿੱਚ ਬੀਜ ਦਿੱਤਾ, ਕੁਝ ਦਿਨ ਸਮਾਂ ਬਾਅਦ ਉਸ ਬੀਜ ਨੇ ਅੰਕੁਰ ਮਾਰਿਆ, ਇੱਕ ਪੌਦਾ ਪੈਦਾ ਹੋਇਆ। ਜਿਵੇਂ ਜਿਵੇਂ ਸਮਾਂ ਲੰਘਿਆ ਤੇ ਉਹ ਇੱਕ ਬਹੁਤ ਵੱਡਾ ਬਰੋਟਾ ਬਣ ਗਿਆ। ਅੱਜ ਉਹ ਬੱਚੇ ਵੀ ਅੱਗੇ ਨਾਲੋਂ ਸਿਆਣੇ ਹੋ ਚੁੱਕੇ, ਵੱਡੇ ਹੋ ਚੁੱਕੇ ਸਨ। ਵੇਖ ਕੇ ਹੈਰਾਨ ਹੋਏ, ਵਾਕਿਆ ਹੀ ਜੋ ਸਾਡੇ ਬਜ਼ੁਰਗਾਂ ਨੇ ਆਖਿਆ ਸੀ ਵੀ ਇਸ ਬੀਜ ਦੇ ਵਿੱਚ ਇੱਕ ਨਿੱਕਾ ਜਿਹਾ ਜਿਹੜਾ ਇਹ ਬੀਜ ਹੈ, ਇਹਦੇ ਵਿੱਚ ਬਹੁਤ ਵੱਡਾ ਬਰੋਟਾ ਛੁਪਿਆ ਹੋਇਆ, ਪਰ ਪ੍ਰਗਟ ਕਰਨ ਦੀ ਵਿਧੀ ਹੈ। ਇਸੇ ਤਰ੍ਹਾਂ ਸਾਡੇ ਗੁਰੂ ਸਾਹਿਬਾਨ ਕਹਿੰਦੇ ਤੇਰੇ ਵਿੱਚ ਰੱਬ ਵਸਦਾ ਹੈ। ਪਰਮਾਤਮਾ ਅਨੰਤ ਸ਼ਕਤੀ ਦਾ ਜੋ ਮਾਲਕ ਹੈ ਉਹ ਵਾਹਿਗੁਰੂ ਤੇਰੇ ਵਿੱਚ ਹੈ, ਪਰ ਉਹਨੂੰ ਪ੍ਰਗਟ ਕਰਨ ਦੀ ਮਰਿਆਦਾ ਹੈ। ਜਿਵੇਂ ਜਿਸ ਸਮੇਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਬਗਦਾਦ ਦੀ ਧਰਤੀ ਤੇ ਗਏ, ਆਪ ਸੰਗਤਾਂ ਨੂੰ ਪਤਾ ਹੈ ਸਤਿਗੁਰੂ ਨਾਲ ਉੱਥੇ ਬੜਾ ਦੁਰਵਿਹਾਰ ਕੀਤਾ ਗਿਆ। ਇਤਿਹਾਸ ਵਿੱਚ ਲਿਖਿਆ ਮਿਲਦਾ ਹੈ, ਗੁਰੂ ਮਹਾਰਾਜ ਜੀ ਨੂੰ ਪੱਥਰ ਵੀ ਮਾਰਨ ਦਾ ਯਤਨ ਕੀਤਾ, ਜਿਹੜਾ ਖੂਹ ਦੇ ਵਿੱਚ ਵੀ ਸੁੱਟਿਆ ਗਿਆ। ਪਕੜ ਕੇ ਬਹਿਲੋਲ ਪੀਰ ਦੇ ਸਾਹਮਣੇ ਪੇਸ਼ ਕਰ ਦਿੱਤਾ ਗਿਆ ਕਿ ਇਹ ਕਾਫਰ ਹੈ, ਕਾਫਰਾਂ ਦੀ ਧਰਤੀ ਤੋਂ ਆਏ, ਇਹਨਾਂ ਨੇ ਇਸ ਤਰ੍ਹਾਂ ਇੱਥੇ ਆ ਕੇ ਇਸਲਾਮ ਦੀ ਮਰਿਆਦਾ ਨੂੰ ਵਿਗਾੜਨ ਦਾ ਯਤਨ ਕੀਤਾ ਹੈ। ਹੁਣ ਉਹ ਬਹਿਲੋਲ ਪੀਰ ਜਿਹੜਾ ਸੀ ਦਸਤਗੀਰ ਪੀਰ ਕਹਿਣ ਲੱਗਾ ਵੀ ਤੁਹਾਨੂੰ ਤਾਂ ਛੱਡਿਆ ਜਾਵੇਗਾ, ਮੇਰੇ 3 ਸਵਾਲਾਂ ਦਾ ਜਵਾਬ ਦਿਓ, ਜੇ ਤੁਸੀਂ ਆਪਣੇ ਆਪ ਨੂੰ ਫਕੀਰ ਆਖਦੇ ਹੋ। ਕਿਉਂਕਿ ਸਤਿਗੁਰੂ ਨੇ ਕਿਹਾ ਤੁਸੀਂ ਸਾਨੂੰ ਕਾਫਰ ਕਿਸ ਤਰੀਕੇ ਨਾਲ ਕਹਿ ਰਹੇ ਹੋ। ਕੇਵਲ ਪੀਰੀ ਤੁਹਾਡੇ ਕੋਲ ਤਾਂ ਨਹੀਂ ਹੈ। ਜਦੋਂ ਤੱਕ ਆਪਾਂ ਕਿਸੇ ਨੂੰ ਚੰਗੀ ਤਰ੍ਹਾਂ ਪਰਖ ਨਹੀਂ ਲੈਂਦੇ, ਵਿਚਾਰ ਨਹੀਂ ਲੈਂਦੇ, ਸਮਝ ਨਹੀਂ ਲੈਂਦੇ, ਉਦੋਂ ਤੱਕ ਆਪਾਂ ਕੋਈ ਵੀ ਫੈਸਲਾ ਦੇਣ ਦਾ ਸਾਡਾ ਹੱਕ ਨਹੀਂ ਹੈ। ਤਾਂ ਉਸ ਸਮੇਂ ਉਹ ਕਹਿਣ ਲੱਗੇ ਜੇ ਤੁਸੀਂ ਕਾਮਲ ਫਕੀਰ ਹੋ ਤਾਂ ਮੇਰੇ 3 ਸਵਾਲਾਂ ਦਾ ਜਵਾਬ ਦੇਵੋ। ਸਤਿਗੁਰੂ ਜੀ ਕਹਿਣ ਲੱਗੇ ਪੀਰਾ ਗੱਲ ਏਦਾਂ ਹੈ ਵੀ ਤੂੰ ਸਵਾਲ ਕਰ, ਜਵਾਬ ਮਿਲੇਗਾ, ਪਰ ਸਾਡੀ ਜਵਾਬ ਦੇਣ ਦੀ ਮਰਿਆਦਾ ਹੈ, ਸਾਡਾ ਉੱਤਰ ਦੇਣ ਦੀ ਮਰਿਆਦਾ ਹੈ, ਅਸੀਂ ਐਵੇਂ ਨਹੀਂ ਜਵਾਬ ਦਿੰਦੇ। ਤਾਂ ਉਹ ਸਭ ਤੋਂ ਪਹਿਲਾਂ ਜਿਹੜੇ ਉਹਨੇ ਸਵਾਲ ਰੱਖੇ, ਕਹਿੰਦੇ ਮੇਰੇ 3 ਸਵਾਲ ਇਹ ਨੇ ਕਿ ਪਰਮਾਤਮਾ ਜਿਹੜਾ ਖੁਦਾ ਹੈ, ਵਾਹਿਗੁਰੂ ਨਿਰੰਕਾਰ, ਜੋ ਵੀ ਉਹਨੂੰ ਆਖਿਆ ਜਾਂਦਾ ਹੈ, ਉਹ ਖੁਦਾ ਅੱਲਾਹ ਤਾਲਾ ਜਿਹੜਾ ਹੈ ਉਹ ਕਿੱਥੇ ਰਹਿੰਦਾ ਹੈ। ਉਸ ਖੁਦਾ ਤੋਂ, ਅੱਲਾਹ ਤੋਂ ਪਹਿਲਾਂ ਕੀ ਸੀ ਅਤੇ ਉਹ ਕੀ ਕਰਦਾ ਹੈ। 3 ਸਵਾਲ ਨੇ। ਉਹ ਖੁਦਾ ਤੋਂ ਪਹਿਲਾਂ ਕੀ ਸੀ, ਉਹ ਕਿੱਥੇ ਰਹਿੰਦਾ ਹੈ,
ਤੇ ਉਹ ਕਰਦਾ ਕੀ ਹੈ। ਸਤਿਗੁਰੂ ਜੀ ਕਹਿੰਦੇ ਤੇਰੇ ਤਿੰਨੇ ਸਵਾਲਾਂ ਦਾ ਜਵਾਬ ਮਿਲ ਜਾਵੇਗਾ। ਤਾਂ ਉਸ ਸਮੇਂ ਪਹਿਲਾ ਸਵਾਲ ਕਿ ਉਹ ਵਾਹਿਗੁਰੂ ਪਰਮਾਤਮਾ ਉਸ ਤੋਂ ਪਹਿਲਾਂ ਕੀ ਹੈ। ਤਾਂ ਸਤਿਗੁਰੂ ਜੀ ਕਹਿੰਦੇ ਕੁਝ ਸੁੱਚੇ ਮੋਤੀ ਮੰਗਾਏ ਜਾਣ। ਉਹਨੇ ਹੁਕਮ ਕੀਤਾ, ਮੋਤੀਆਂ ਦਾ ਥਾਲ ਭਰ ਲਿਆਂਦਾ। ਸਤਿਗੁਰੂ ਜੀ ਕਹਿੰਦੇ ਇਹਨਾਂ ਮੋਤੀਆਂ ਦੀ ਗਿਣਤੀ ਕਰੋ। ਗਿਣਤੀ ਤੂੰ ਕਰਨੀ ਹੈ, ਕਿਸੇ ਚੇਲੇ ਨੂੰ ਨਹੀਂ ਲਾਣਾ, ਤੂੰ ਗਿਣਤੀ ਕਰ। ਉਹ ਗਿਣਦਾ ਹੈ, ਕਹਿੰਦੇ 1 2 3। ਉਸਨੇ ਜਦੋਂ ਇਸ ਤਰ੍ਹਾਂ ਗਿਣਿਆ, ਸਤਿਗੁਰੂ ਕਹਿੰਦੇ ਤੇਰੀ ਗਿਣਤੀ ਗਲਤ ਹੈ। ਦੂਜੀ ਵਾਰ ਉਹਨੇ ਫਿਰ ਗਿਣਿਆ, ਸਤਿਗੁਰੂ ਕਹਿੰਦੇ ਫਿਰ ਗਿਣਤੀ ਗਲਤ ਹੈ। ਉਹ ਕਹਿੰਦਾ ਨਹੀਂ, ਮੈਂ ਗਿਣਤੀ ਬਿਲਕੁਲ ਸਹੀ ਕਰ ਰਿਹਾ, ਤੁਹਾਨੂੰ ਭੁਲੇਖਾ ਪੈ ਰਿਹਾ। ਸਤਿਗੁਰੂ ਕਹਿੰਦੇ ਨਹੀਂ, ਤੂੰ ਗਿਣਤੀ ਗਲਤ ਕਰ ਰਿਹਾ ਹੈ। ਕਹਿਣ ਲੱਗਾ ਚੰਗਾ, ਹੁਣ ਮੈਂ ਜਦੋਂ ਗਿਣਤੀ ਜਿੱਥੋਂ ਗਲਤ ਕਹਾਂ ਉੱਥੋਂ ਹੀ ਮੈਨੂੰ ਰੋਕ ਲਓ ਜੀ। ਜਦੋਂ 1 ਬੋਲਿਆ, ਸਤਿਗੁਰੂ ਜੀ ਕਹਿੰਦੇ ਇੱਥੇ ਹੀ ਗਲਤ ਹੈ, ਰੁਕ ਜਾ ਇੱਥੇ ਹੀ। ਕਹਿਣ ਲੱਗੇ ਜੀ ਮੈਂ ਤਾਂ ਕੁਝ ਗਲਤ ਬੋਲਿਆ, ਮੈਂ ਤਾਂ ਬੋਲਿਆ ਹੀ ਅਜੇ 1 ਹੈ, ਦੂਜਾ ਅੱਖਰ ਕੋਈ ਬੋਲਿਆ ਨਹੀਂ। ਸਤਿਗੁਰੂ ਕਹਿੰਦੇ ਹਾਂ 1 ਹੀ ਬੋਲਿਆ ਹੈ। ਇਸ 1 ਤੋਂ ਪਹਿਲਾਂ ਕੀ ਹੈ? ਇਸ 1 ਤੋਂ ਪਹਿਲਾਂ ਦੱਸ ਗਿਣਤੀ ਵਿੱਚ ਕੀ ਆਉਂਦਾ? ਕਹਿੰਦੇ 1 ਤੋਂ ਪਹਿਲਾਂ ਤਾਂ ਕੁਝ ਵੀ ਨਹੀਂ ਹੈ। ਕਹਿੰਦੇ ਇਸ ਤਰ੍ਹਾਂ ਵਾਹਿਗੁਰੂ ਤੋਂ ਪਹਿਲਾਂ ਕੁਝ ਵੀ ਨਹੀਂ ਹੈ, ਸਭ ਕੁਝ ਵਾਹਿਗੁਰੂ ਤੋਂ ਹੀ ਹੈ। ਸਾਰਾ ਜਿੰਨਾ ਸੰਸਾਰ ਪ੍ਰਪੰਚ ਜੋ ਕੁਝ ਦਿਖਾਈ ਦੇ ਰਿਹਾ ਹੈ ਵਾਹਿਗੁਰੂ ਤੋਂ ਹੀ ਹੈ। ਵਾਹਿਗੁਰੂ ਤੋਂ ਪਹਿਲਾਂ ਕੁਝ ਵੀ ਨਹੀਂ, ਵਾਹਿਗੁਰੂ ਹੀ ਹੈ, ਬਸ ਪਰਮਾਤਮਾ ਹੀ ਹੈ। ਦੂਸਰਾ ਕਿ ਉਹ ਵਾਹਿਗੁਰੂ ਪਰਮਾਤਮਾ ਰਹਿੰਦਾ ਕਿੱਥੇ ਹੈ? ਮਹਾਰਾਜ ਕਹਿੰਦੇ ਕਣ ਕਣ ਵਿੱਚ। ਕਹਿੰਦੇ ਪਰ ਪਤਾ ਤਾਂ ਲੱਗਦਾ ਨਹੀਂ। ਜਿਹੜਾ ਇੱਥੇ ਵੀ ਸਵਾਲ ਹੈ, ਸਾਗਰ ਮੈਂ ਬੂੰਦ, ਬੂੰਦ ਮੈਂ ਸਾਗਰ। ਰੱਬ ਸਾਡੇ ਸਾਰਿਆਂ ਵਿੱਚ, ਅਸੀਂ ਬੂੰਦ ਦੀ ਤਰ੍ਹਾਂ ਬਿਲਕੁਲ ਛੋਟੀ ਜੀ ਹਸਤੀ। ਤਾਂ ਪਾਤਸ਼ਾਹ ਕਹਿੰਦੇ ਵੀ ਦੁੱਧ ਮੰਗਾਓ। ਸੋਚਦਾ ਹੈ ਉਹ ਫਕੀਰ ਕਿ ਸ਼ਾਇਦ ਇਹਨਾਂ ਨੂੰ ਭੁੱਖ ਲੱਗੀ ਹੋਵੇ, ਕਿਉਂਕਿ ਇੱਥੋਂ ਇਹ ਮਸ਼ਹੂਰ ਸੀ ਕਿ ਜਿਹੜੇ ਹਿੰਦ ਦੇ ਲੋਕ ਨੇ ਦੁੱਧ ਪੀਣ ਦੇ ਬੜੇ ਸ਼ੌਕੀਨ ਹਨ। ਦੁੱਧ ਦਾ ਕਟੋਰਾ ਮੰਗਾ ਲਿਆ, ਪੇਸ਼ ਕਰਦਾ ਹੈ ਉਹ ਪੀਰ। ਸਤਿਗੁਰੂ ਜੀ ਕਹਿੰਦੇ ਇਸ ਦੁੱਧ ਦੇ ਵਿੱਚ ਕੁਝ ਹੈ। ਉਹ ਕਹਿਣ ਲੱਗੇ ਜੀ ਇਹ ਦੁੱਧ ਤਾਂ ਪੁੱਛਿਆ ਇਹਦੇ ਵਿੱਚ ਕੀ ਪਾਇਆ? ਕਹਿੰਦੇ ਕੁਝ ਨਹੀਂ ਪਾਇਆ, ਸਾਫ਼ ਦੁੱਧ ਲਿਆਂਦਾ, ਬਿਲਕੁਲ ਸੁੱਚਾ ਦੁੱਧ ਲਿਆਂਦਾ ਹੈ। ਤਾਂ ਉਹ ਪੀਰ ਕਹਿੰਦਾ ਜੀ ਇਸ ਦੁੱਧ ਵਿੱਚ ਕੁਝ ਵੀ ਨਹੀਂ ਹੈ, ਇਹ ਬਿਲਕੁਲ ਸਾਫ਼ ਸੁਥਰਾ ਦੁੱਧ ਲਿਆਂਦਾ ਹੈ, ਬੜੀ ਸੁਚਮਤਾ ਦੇ ਨਾਲ। ਸਤਿਗੁਰੂ ਜੀ ਕਹਿੰਦੇ ਅਸੀਂ ਇਹ ਤੇ ਨਹੀਂ ਕਿਹਾ ਵੀ ਇਹ ਦੁੱਧ ਅਪਵਿੱਤਰ ਹੈ ਜਾਂ ਝੂਠਾ ਹੈ, ਅਸੀਂ ਕਹਿੰਦੇ ਇਹਦੇ ਵਿੱਚ ਕੁਝ ਹੈ। ਤਾਂ ਉਹ ਪੀਰ ਕਹਿੰਦਾ ਵੀ ਮੈਨੂੰ ਸਮਝ ਨਹੀਂ ਆਈ ਇਹਦੇ ਵਿੱਚ ਕੀ ਹੈ, ਤੁਸੀਂ ਦੱਸ ਦੇਵੋ। ਸਤਿਗੁਰੂ ਕਹਿੰਦੇ ਇਹਦੇ ਵਿੱਚ ਘਿਓ ਹੈ। ਕਹਿੰਦਾ ਹਾਂ ਘਿਓ ਹੈ, ਪਰ ਸਤਿਗੁਰੂ ਕਹਿੰਦੇ ਦਿਖਾਈ ਤਾਂ ਦੇ ਨਹੀਂ ਰਿਹਾ। ਕਹਿਣ ਲੱਗਾ ਹਾਂਜੀ ਦਿਖਾਈ ਨਹੀਂ ਦੇ ਰਿਹਾ, ਪਰ ਉਹ ਮਰਿਆਦਾ ਹੈ ਉਹਨੂੰ ਪ੍ਰਗਟ ਕਰਨ ਦੀ। ਸਤਿਗੁਰੂ ਕਹਿੰਦੇ ਇਸੇ ਤਰ੍ਹਾਂ ਖੁਦਾ ਕਣ ਕਣ ਦੇ ਵਿੱਚ ਹੈ, ਉਹਨੂੰ ਪ੍ਰਗਟ ਕਰਨ ਦੀ ਵੀ ਮਰਿਆਦਾ ਹੈ। ਪ੍ਰਗਟ ਹੋ ਜਾਵੇਗਾ ਤੇਰੇ ਜੀਵਨ ਦੇ ਅੰਦਰ। ਜਿਵੇਂ ਭਾਂਡਾ ਧੋਏ ਬੈਸ ਧੂਪ ਦੇਵੋ, ਤੋ ਦੁੱਧੈ ਕੋ ਜਾਵੋ, ਦੂਧ ਕਰਮ ਫੁਨ ਸੁਰਤ ਸਮਾਇਨ ਹੋਏ ਨਿਰਾਸ ਜਮਾਵੋ। ਮਹਾਰਾਜ ਕਹਿੰਦੇ ਜਿਵੇਂ ਆਪਾਂ ਘਰਾਂ ਵਿੱਚ ਦੁੱਧ ਰਿੜਕਦੇ ਹਾਂ, ਉਹਦੇ ਵਿੱਚ ਮੱਖਣ ਪੈਦਾ ਹੁੰਦਾ, ਪਰ ਪਹਿਲਾਂ ਉਹ ਭਾਂਡੇ ਨੂੰ ਸਵਾਣੀਆਂ ਸਾਡੀਆਂ ਭੈਣਾਂ ਬੀਬੀਆਂ ਮਾਤਾਵਾਂ ਚੰਗੀ ਤਰ੍ਹਾਂ ਸਾਫ਼ ਕਰਦੀਆਂ ਨੇ, ਚਾਟੀ ਨੂੰ ਚੰਗੀ ਤਰ੍ਹਾਂ ਮਾਂਜਦੀਆਂ ਨੇ ਵੀ ਇਹਦੇ ਵਿੱਚ ਕੁਝ ਗਲਤ ਤਾਂ ਨਹੀਂ ਹੈ। ਫਿਰ ਉਹਦੇ ਵਿੱਚ ਦੁੱਧ ਨੂੰ ਗਰਮ ਕੀਤਾ ਜਾਂਦਾ ਹੈ, ਫਿਰ ਉਹ ਦੁੱਧ ਨੂੰ ਜਾਗ ਲਾਈ ਜਾਂਦੀ ਹੈ, ਫਿਰ ਉਹਨੂੰ ਰਿੜਕਿਆ ਜਾਂਦਾ। ਜਦੋਂ ਦਹੀਂ ਬਣ ਜਾਂਦਾ ਹੈ ਫਿਰ ਉਹਦੇ ਵਿੱਚੋਂ ਮੱਖਣ ਬਣਦਾ ਹੈ, ਫਿਰ ਉਹਦੇ ਵਿੱਚੋਂ ਜਾ ਕੇ ਘਿਓ ਪੈਦਾ ਹੁੰਦਾ ਹੈ। ਹੈ ਤਾਂ ਹੈ ਪਰ ਉਹ ਇੱਦਾਂ ਨਹੀਂ ਪ੍ਰਗਟ ਹੋਵੇਗਾ। ਘਿਓ ਜੇ ਆਪਾਂ ਦੁੱਧ ਵਿੱਚੋਂ ਸਿੱਧਾ ਕੱਢਣਾ ਚਾਹੀਏ ਨਹੀਂ ਨਿਕਲੇਗਾ। ਇਸੇ ਤਰ੍ਹਾਂ ਰੱਬ ਸਿੱਧੀ ਤਰ੍ਹਾਂ ਇੱਦਾਂ ਨਹੀਂ ਪ੍ਰਾਪਤ ਹੋਵੇਗਾ ਕਿ ਆਪਾਂ ਨੂੰ ਧਰਿਆ ਧਰਾਇਆ ਕੋਈ ਰੱਬ ਮਿਲ ਜਾਵੇ। ਉਹਦੇ ਵਾਸਤੇ ਗੁਰੂ ਦੀ ਮੱਤ ਲੈ ਕੇ ਕਮਾਈ ਕਰਨੀ ਪਵੇਗੀ, ਸਾਧਨਾ ਕਰਨੀ ਪਵੇਗੀ। ਤੋ ਇਹ ਸਵਾਲ ਸੀ ਉਸ ਪੀਰ ਦਾ। ਤੀਸਰਾ ਸਵਾਲ ਸੀ ਉਹ ਰੱਬ ਕਰਦਾ ਕੀ ਹੈ। ਸਤਿਗੁਰੂ ਕਹਿੰਦੇ ਅਸੀਂ ਕਿਹਾ ਸੀ ਨਾ ਸਾਡੀ ਦੱਸਣ ਦੀ ਉੱਤਰ ਦੇਣ ਦੀ ਮਰਿਆਦਾ ਹੈ। ਇਹ ਪੀਰ ਉੱਚੇ ਆਸਣ ਤੇ ਬੈਠਾ ਸੀ। ਸਤਿਗੁਰੂ ਕਹਿੰਦੇ ਵੀ ਅਸੀਂ ਜਵਾਬ ਤਾਂ ਦੇਵਾਂਗੇ ਜੇ ਤੂੰ ਸਾਡੀ ਜਗ੍ਹਾ ਤੇ ਆ ਜਾਵੇਂ ਤੇ ਅਸੀਂ ਤੇਰੀ ਜਗ੍ਹਾ ਤੋਂ। ਕਹਿਣ ਲੱਗੇ ਤੇ ਸੌਦਾ ਹੀ ਸਸਤਾ ਹੈ। ਤਾਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਆਪਣੇ ਸਿੰਘਾਸਣ ਤੇ ਬਿਠਾ ਦਿੰਦਾ ਹੈ, ਆਪ ਸਾਹਮਣੇ ਖੜ ਜਾਂਦਾ ਹੈ।
ਸਤਿਗੁਰੂ ਦੀ ਅੱਖਾਂ ਮੂੰਦ ਕੇ ਬੈਠ ਜਾਂਦੇ ਨੇ। ਕੁਝ ਸਮਾਂ ਲੰਘ ਜਾਂਦਾ ਹੈ, ਉਹ ਪੀਰ ਕਾਹਲਾ ਪੈ ਜਾਂਦਾ ਹੈ। ਕਹਿੰਦੇ ਮਹਾਰਾਜ ਦੱਸਿਆ ਨਹੀਂ, ਜਵਾਬ ਨਹੀਂ ਦਿੱਤਾ ਤੁਸੀਂ। ਸਤਿਗੁਰੂ ਜੀ ਕਹਿੰਦੇ ਅਸੀਂ ਜਵਾਬ ਦੇ ਦਿੱਤਾ ਹੈ, ਤੈਨੂੰ ਸਮਝ ਨਹੀਂ ਪਿਆ। ਕਹਿੰਦੇ ਕੀ ਜਵਾਬ ਦਿੱਤਾ? ਪਾਤਸ਼ਾਹ ਕਹਿੰਦੇ ਵਾਹਿਗੁਰੂ ਇਹੀ ਕਰਦਾ ਹੈ, ਜਿਹੜਾ ਉੱਚੇ ਬੈਠਾ ਹੈ ਉਹਨੂੰ ਨੀਵਾਂ ਲੈ ਆਉਂਦਾ ਹੈ, ਨੀਵੇਂ ਥਾਂ ਤੇ ਜਿਹੜਾ ਨੀਵੇਂ ਥਾਂ ਤੇ ਖੜਾ ਉਹਨੂੰ ਸਿੰਘਾਸਨ ਤੇ ਬਿਠਾ ਦਿੰਦਾ ਹੈ। ਇਹੀ ਹੈ, ਜਿਹੜਾ ਜਨਮ ਹੋਇਆ ਉਹਨੂੰ ਮੌਤ ਦੇ ਦਿੰਦਾ, ਜਿਹਦੀ ਮੌਤ ਹੋ ਗਈ ਉਹਨੂੰ ਫਿਰ ਜਨਮ ਦੇ ਦਿੰਦਾ ਹੈ। ਸੰਸਾਰ ਨੂੰ ਇਸੇ ਤਰ੍ਹਾਂ ਵਾਹਿਗੁਰੂ ਚਲਾ ਰਿਹਾ ਹੈ, ਕਦੇ ਕਿਸ ਨੂੰ ਕਦੇ ਕਿਸੇ ਪਾਸੇ ਲਾਇਆ, ਕਦੇ ਕਿਸੇ ਪਾਸੇ ਲਾਇਆ। ਇਹ ਵਾਹਿਗੁਰੂ ਦੀ ਸਾਰੀ ਰਚਨਾ, ਇਹੀ ਕੁਝ ਉਹ ਕਰ ਰਿਹਾ ਹੈ ਦਿਨ ਰਾਤ। ਤੋ ਵਾਹਿਗੁਰੂ ਨਿਰੰਕਾਰ ਹੈ ਤਾਂ ਸਾਰੇ ਪਾਸੇ, ਪਰ ਉਹ ਪ੍ਰਗਟ ਹੋਵੇਗਾ ਮਰਿਆਦਾ ਹੈ। ਸਾਗਰ ਮੈਂ ਬੂੰਦ, ਬੂੰਦ ਮੈਂ ਸਾਗਰ, ਕਵਣ ਬੂਝੈ ਬਿਧ ਜਾਣੈ। ਕੌਣ ਇਸ ਗੱਲ ਨੂੰ ਸਮਝੇ? ਕਿਹੜੀ ਵਿਧੀ ਦੁਆਰਾ ਉਸ ਵਾਹਿਗੁਰੂ ਨੂੰ ਜਾਣਿਆ ਜਾ ਸਕਦਾ ਹੈ? ਉਤਪੁਜ ਚਲਤ ਆਪ ਕਰ ਚੀਨੈ, ਆਪੇ ਤਤ ਪਛਾਣੈ। ਵਾਹਿਗੁਰੂ ਨੇ ਚਾਰ ਖਾਣੀਆਂ ਇੱਥੇ ਉਤਪੁਜ ਦਾ ਜ਼ਿਕਰ ਕੀਤਾ ਹੈ। ਇਹ ਉਤਪੁਜ ਆਦਿ ਚਾਰੇ ਖਾਣੀਆਂ ਦੁਆਰਾ ਵਾਹਿਗੁਰੂ ਨੇ ਸਾਰਾ ਇਸ ਸੰਸਾਰ ਦਾ ਚਲਤ ਬਣਾਇਆ, ਖੇਡ ਕੀਤੀ ਹੈ। ਆਪ ਹੀ ਸਾਰੇ ਕੁਝ ਨੂੰ ਜਾਣਦਾ ਹੈ ਤੇ ਆਪ ਹੀ ਪਛਾਣਦਾ ਹੈ। ਐਸਾ ਗਿਆਨ ਵਿਚਾਰੈ ਕੋਈ, ਜਿਹੜਾ ਐਸੇ ਗਿਆਨ ਨੂੰ ਵਿਚਾਰੇ ਕਿ ਸਾਰਾ ਕੁਝ ਰੱਬ ਆਪ ਹੀ ਕਰਨ ਵਾਲਾ ਹੈ, ਤਾਂ ਉਹਨੂੰ ਇਹ ਸਮਝ ਆ ਜਾਂਦੀ। ਜਦੋਂ ਕੋਈ ਗੁਰੂ ਦੀ ਮੱਤ ਲੈ ਕੇ ਇਸ ਮਾਰਗ ਤੇ ਚੱਲਦਾ ਹੈ ਤਾਂ ਸਭ ਤੋਂ ਪਹਿਲਾਂ ਸਾਨੂੰ ਇਸ ਗੱਲ ਦਾ ਇਲਮ ਬੋਧ ਹੋਣਾ ਚਾਹੀਦਾ ਹੈ, ਇਸ ਸੰਸਾਰ ਨੂੰ ਮੈਂ ਨਹੀਂ ਚਲਾ ਰਿਹਾ, ਇਸ ਸੰਸਾਰ ਨੂੰ ਕੋਈ ਹੋਰ ਸ਼ਕਤੀ ਨਹੀਂ ਚਲਾ ਰਹੀ, ਕੇਵਲ ਇੱਕ ਵਾਹਿਗੁਰੂ ਹੀ ਚਲਾ ਰਿਹਾ ਹੈ। ਉਹ ਸਰਵ ਕਲਾ ਸਮਰੱਥ ਹੈ। ਇਸ ਤਰ੍ਹਾਂ ਦੀ ਸੋਝੀ ਰੱਖ ਕੇ ਜਦੋਂ ਕੋਈ ਚੱਲਦਾ ਹੈ, ਤਿਸ ਤੇ ਮੁਕਤ ਪਰਮਗਤ ਹੋਈ, ਤਾਂ ਫਿਰ ਉਸ ਨੂੰ ਰੱਬ ਤੋਂ ਉਹ ਮੁਕਤੀ ਦੀ ਦਾਤ ਮਿਲਦੀ ਹੈ। ਪਰਮਗਤ ਮੈਨੇ ਉੱਚੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਜਿਹੜਾ ਰੱਬ ਨਾਲ ਇਸ ਤਰ੍ਹਾਂ ਜੁੜਦਾ ਹੈ ਕਿ ਪ੍ਰਮਾਤਮਾ ਮੈਂ ਕੁਝ ਵੀ ਨਹੀਂ ਹਾਂ। ਅਕਸਰ ਬਾਣੀ ਪੜ੍ਹ ਕੇ, ਨਾਮ ਜਪ ਕੇ ਜਾਂ ਦੁਨਿਆਵੀ ਪ੍ਰਾਪਰਟੀ ਕਾਰੋਬਾਰ ਕਰਕੇ ਸਾਡੇ ਅੰਦਰ ਹਉਮੈ ਆ ਹੀ ਜਾਂਦੀ ਹੈ। ਮੈਂ ਬੜੀ ਵੱਡੀ ਕੋਠੀ ਦਾ ਮਾਲਕ ਹਾਂ, ਮੈਂ ਬੜੀ ਮਿਹਨਤ ਕਰਕੇ ਕੋਠੀ ਬਣਾਈ ਹੈ, ਇਹ ਮੇਰਾ ਪਰਿਵਾਰ ਹੈ, ਮੈਂ ਬੱਚਿਆਂ ਨੂੰ ਸੰਭਾਲਿਆ ਹੈ, ਪੜ੍ਹਾਇਆ ਹੈ। ਸਾਡੇ ਅੰਦਰ ਹੰਗਤਾ ਆਉਂਦੀ ਹੈ ਇਹਨਾਂ ਗੱਲਾਂ ਦੀ। ਪਾਤਸ਼ਾਹ ਕਹਿੰਦੇ ਭਾਈ ਨਹੀਂ, ਇਹ ਤਾਂ ਵਾਹਿਗੁਰੂ ਪਰਮਾਤਮਾ ਨੇ ਹਰ ਇੱਕ ਜੀਵ ਦਾ ਜੀਵਨ ਵਿਧੀ ਬਣਾ ਕੇ ਭੇਜੀ ਸੀ। ਜੇ ਤੂੰ ਨਾਮ ਹੀ ਹੁੰਦਾ ਤਾਂ ਵੀ ਉਹਨੇ ਪੜ੍ਹ ਕੇ ਇਸ ਰੁਤਬੇ ਤੇ ਪਹੁੰਚ ਜਾਣਾ ਸੀ। ਆਪਾਂ ਵੇਖਦੇ ਹਾਂ ਕਈ ਬੱਚਿਆਂ ਦੇ ਮਾਪਿਓ ਨਹੀਂ ਹੁੰਦੀ, ਪੜ੍ਹ ਕੇ ਉਹ ਰੁਤਬਿਆਂ ਤੇ ਪਹੁੰਚ ਜਾਂਦੇ ਨੇ। ਕਈ ਗਰੀਬ ਹੁੰਦੇ ਨੇ, ਉਨੀਆਂ ਸਹੂਲਤਾਂ ਨਹੀਂ ਮਿਲਦੀਆਂ, ਫਿਰ ਵੀ ਪੜ੍ਹ ਕੇ ਉੱਥੇ ਪਹੁੰਚ ਜਾਂਦੇ ਨੇ। ਕਈ ਸਾਰਾ ਕੁਝ ਹੁੰਦਿਆਂ ਵੀ ਨਹੀਂ ਕੁਝ ਪ੍ਰਾਪਤ ਕਰ ਸਕਦੇ। ਤੇ ਇਹ ਸਾਰੇ ਸੰਸਾਰ ਨੂੰ ਚਲਾਉਣ ਵਾਲਾ ਵਾਹਿਗੁਰੂ ਹੈ। ਇਹ ਮਨ ਵਿੱਚੋਂ ਭਰਮ ਕੱਢ ਦਈਏ ਕਿ ਮੇਰੇ ਕਰਕੇ ਸੰਸਾਰ ਚੱਲੇਗਾ ਜਾਂ ਮੇਰੇ ਕਰਕੇ ਕੋਈ ਸੰਸਥਾ ਚੱਲੇਗੀ। ਅਕਸਰ ਜੀਵ ਨੂੰ ਇਹ ਭਰਮ ਹੋ ਜਾਂਦਾ ਹੈ, ਮੇਰੇ ਕਰਕੇ ਇਹ ਧਰਮ ਚੱਲ ਰਿਹਾ ਹੈ, ਜੇ ਮੈਂ ਨਾ ਆਵਾਂ ਤੇ ਪਤਾ ਨਹੀਂ ਇਹ ਧਰਮ ਦਾ ਕੀ ਬਣੇਗਾ, ਇਸ ਮੰਦਰ ਦਾ ਕੀ ਬਣੇਗਾ, ਇਸ ਗੁਰੂ ਘਰ ਦਾ ਕੀ ਬਣੇਗਾ, ਖਰੇ ਮੇਰੇ ਕਰਕੇ ਚੱਲ ਰਿਹਾ ਹੈ। ਇਹ ਹਉਮੈ ਆ ਜਾਂਦੀ ਸਾਡੇ ਅੰਦਰ। ਮਹਾਰਾਜ ਕਹਿੰਦੇ ਭਾਈ ਜਿਹੜਾ ਇਸ ਗੱਲ ਨੂੰ ਵਿਚਾਰ ਲਵੇ ਕਿ ਸਾਰੇ ਪਾਸੇ ਰੱਬ ਆਪ ਹੀ ਹੈ, ਸਾਰਾ ਕੁਝ ਕਰਨ ਵਾਲਾ ਉਹ ਆਪ ਹੀ ਹੈ, ਤਾਂ ਫਿਰ ਬੰਦਗੀ ਕੀਤੀ ਹੋਈ ਦੇ ਨਾਲ ਅੰਦਰ ਦੇ ਭੇਦ ਖੁੱਲਣ ਲੱਗ ਜਾਂਦੇ ਨੇ। ਨਹੀਂ ਤੇ ਬੰਦਗੀ ਕਰਕੇ ਅਕਸਰ ਬੰਦੇ ਨੂੰ ਹਉਮੈ ਆ ਜਾਂਦੀ ਕਿ ਮੈਂ ਕਰਤਾ ਹਾਂ। ਤਾਂ ਹੀ ਤਾਂ ਭਗਤ ਕਬੀਰ ਸਾਹਿਬ ਕਹਿੰਦੇ ਨਾਮ ਕੀਆ ਨਾ ਕਰੈਂਗੇ, ਨਾ ਕਰ ਸਕੈ ਸਰੀਰ, ਕਿਆ ਜਾਨੋ ਕਿਛ ਹਰ ਕੀਆ, ਭਇਓ ਕਬੀਰ ਕਬੀਰ। ਅਕਸਰ ਜਦੋਂ ਆਪਾਂ ਕੋਈ ਕੰਮ ਕਰਦੇ ਹਾਂ, ਆਪਣੇ ਰਿਸ਼ਤੇਦਾਰ ਆਂਢ ਗੁਆਂਢ ਦੇ ਲੋਕ ਕਹਿੰਦੇ ਵਾਹ ਵੀ ਤੁਸੀਂ ਤਾਂ ਬਹੁਤ ਵਧੀਆ ਇਹ ਕੀਤਾ ਹੈ, ਤੇ ਆਪਣੇ ਅੰਦਰ ਵੀ ਆ ਜਾਂਦਾ ਹਾਂ ਜਦੋਂ ਇੰਨੇ ਲੋਕ ਕਹਿ ਰਹੇ ਨੇ ਤੇ ਵਾਕਿਆ ਹੀ ਇਹ ਮੈਂ ਕੀਤਾ ਹੈ। ਪਰ ਜਿਹੜਾ ਗੁਰਮੁਖ ਹੈ ਉਹ ਕਹਿੰਦੇ ਨਹੀਂ ਭਾਈ ਮੈਂ ਨਹੀਂ ਕੀਤਾ, ਮੇਰੀ ਕੁਝ ਪਾਇਆ ਨਹੀਂ ਹੈ, ਤੇ ਮੇਰੇ ਗੁਰੂ ਦੀ ਕਲਾ ਵਰਤੀ, ਰੱਬ ਦੀ ਕਲਾ ਵਰਤੀ ਹੈ। ਤਾਂ ਜਿਹੜਾ ਜੀਵ ਇੱਥੇ ਆਪਣੇ ਮਨ ਨੂੰ ਟਿਕਾ ਕੇ ਰੱਖਦਾ ਹੈ ਵਾਕਿਆ ਹੀ ਤੇ ਨਾਮ ਜਪਦਾ, ਫਿਰ ਉਹਨੂੰ ਪਰਮਗਤ ਪ੍ਰਾਪਤ ਹੁੰਦੀ, ਉੱਚੀ ਅਵਸਥਾ ਮਿਲ ਜਾਂਦੀ ਹੈ। ਰਹਾਉ ਵਿਸ਼ਰਾਮ ਦੇ ਕੇ ਕਹਿੰਦੇ ਦਿਨ ਮੈਂ ਰੈਣ ਰੈਣ ਮੈਂ ਦਿਨੀਅਰ ਊਸਣ, ਸੀਤ ਵਿਦ ਸੋਈ।
ਵੇਖੋ ਪਰਮਾਤਮਾ ਦੀ ਕਲਾ ਵਰਤਦੀ। ਆਪਾਂ ਕਹਿੰਦੇ ਆ ਕਰਾਮਾਤ ਨਹੀਂ ਹੁੰਦੀ, ਲੋਕ ਕਹਿੰਦੇ ਨੇ ਅਕਸਰ, ਜਿਹੜੇ ਮਸ਼ੀਨੀ ਲੋਕ ਪੜ੍ਹੇ ਹੁੰਦੇ ਨੇ ਅਕਸਰ ਉਹ ਕਹਿ ਦਿੰਦੇ ਨੇ ਕਰਾਮਾਤ ਨਹੀਂ ਹੁੰਦੀ। ਗੁਰਬਾਣੀ ਕਹਿੰਦੀ ਕਰਾਮਾਤ ਵੇਖਣੀ ਹੈ। ਵੇਖੋ ਦਿਨ ਦੇ ਵਿੱਚ ਰਾਤ ਛੁਪੀ ਹੋਈ ਹੈ, ਦਿਖਾਈ ਦਿੰਦੀ ਹੈ। ਦਿਨ ਮੈਂ ਰੈਣ, ਦਿਨ ਦੇ ਵਿੱਚ ਰਾਤ ਸਮਾਈ ਹੈ। ਰੈਣ ਮੈਂ ਦਿਨਿਰ, ਰਾਤ ਦੇ ਵਿੱਚ ਦਿਨ ਸਮਾਇਆ ਹੋਇਆ। ਹੁਣ ਦਿਨ ਚੜ ਰਿਹਾ ਹੈ, ਰਾਤ ਕਿੱਥੇ ਗਈ? ਅੱਜ ਤੱਕ ਦੱਸੋਗੇ? ਦੱਸ ਗਿਆ ਵੀ ਉਹ ਰਾਤ ਕਿੱਥੇ ਚਲੀ ਗਈ, ਕਿੱਥੋਂ ਆਈ ਸੀ, ਕੌਣ ਲੈ ਕੇ ਆਇਆ ਉਸ ਰਾਤ ਨੂੰ? ਹਨੇਰੇ ਨੂੰ ਕੌਣ ਲੈ ਕੇ ਆਇਆ ਹੈ? ਉਸ ਰਾਤ ਦੇ ਵਿੱਚ ਜਿਹੜੇ ਚੰਦਰਮਾ ਤਾਰੇ ਚੜੇ ਉਹ ਕੌਣ ਲੈ ਕੇ ਆਇਆ? ਚਾਨਣ ਹੋ ਗਿਆ। ਹੁਣ ਦਿਨ ਚੜ ਰਿਹਾ ਹੈ ਤੇ ਇਹਨੇ ਫਿਰ ਰਾਤ ਵਿੱਚ ਤਬਦੀਲ ਹੋਣਾ, ਇਹਨੇ ਕਿੱਥੇ ਚਲਾ ਜਾਣਾ ਹੈ? ਇਹ ਵਾਹਿਗੁਰੂ ਦੀ ਕਰਾਮਾਤ ਹੈ, ਇਹਨੂੰ ਅੱਜ ਤੱਕ ਕੋਈ ਸਮਝ ਨਹੀਂ ਸਕਿਆ। ਦਿਨ ਮੈਂ ਰੈਣ, ਰੈਣ ਮੈਂ ਦਿਨੀਅਰ, ਊਸਣ ਸੀਤ ਬਿਦ ਸੋਈ। ਹੁਣ ਠੰਡ ਦਾ ਮੌਸਮ ਆ ਰਿਹਾ। ਊਸਣ ਗਰਮੀ ਨੂੰ ਕਹਿੰਦੇ ਨੇ, ਸੀਤ ਕਹਿੰਦੇ ਨੇ ਠੰਡ ਨੂੰ। ਹੁਣ ਜਿਹੜੀ ਊਸਣ ਗਰਮੀ ਹੈ ਉਹ ਠੰਡ ਵਿੱਚ ਸਮਾ ਰਹੀ ਹੈ, ਖਤਮ ਹੋ ਰਹੀ ਹੈ। ਠੰਡ ਆ ਰਹੀ ਹੈ। ਊਸਣ ਸੀਤ ਬਿਦ ਸੋਈ, ਉਹੀ ਵਿਧੀ ਦੇ ਨਾਲ ਜਿਵੇਂ ਦਿਨ ਵਿੱਚ ਰਾਤ ਤੇ ਰਾਤ ਵਿੱਚ ਦਿਨ ਸਮਾ ਜਾਂਦਾ, ਇਸੇ ਤਰ੍ਹਾਂ ਠੰਡ ਵਿੱਚ ਗਰਮੀ ਤੇ ਗਰਮੀ ਵਿੱਚ ਠੰਡ ਸਮਾ ਜਾਂਦੀ। ਵੇਖੋ ਧਰਤੀ ਉਹੀ ਹੈ, ਸਾਰਾ ਕੁਝ ਉਹੀ ਹੈ। ਇੱਥੇ ਗਰਮੀ ਕਿੱਥੋਂ ਆ ਗਈ ਤੇ ਗਰਮੀ ਤੋਂ ਬਾਅਦ ਸਰਦੀ ਕਿੱਥੋਂ ਆ ਗਈ? ਕੌਣ ਲਿਆ ਰਿਹਾ? ਇਹ ਆਪਣੇ ਆਪ ਕਿਵੇਂ ਹੋ ਰਿਹਾ ਹੈ? ਇਹ ਕਰਨ ਵਾਲਾ ਵਾਹਿਗੁਰੂ ਹੈ। ਇਹ ਪਰਮਾਤਮਾ ਦੀ ਕਲਾ ਵਰਤ ਰਹੀ ਹੈ, ਨਿਰੰਕਾਰ ਦੀ ਕਲਾ ਵਰਤ ਰਹੀ ਹੈ। ਤਾਂ ਕਿ ਗਤ ਮਿਤ ਅਵਰ ਨਾ ਜਾਣੈ, ਗੁਰਬਿਨ ਸਮਝ ਨਾ ਹੋਈ। ਤਾਂ ਕਿ ਗਤ ਮਿਤ, ਗਤ ਕਹਿੰਦੇ ਅਵਸਥਾ, ਮਿਤ ਕਹਿੰਦੇ ਮਰਿਆਦਾ। ਵਾਹਿਗੁਰੂ ਪਰਮਾਤਮਾ ਦੀ ਕੀ ਅਵਸਥਾ ਹੈ ਆਪਾਂ ਨਹੀਂ ਜਾਣ ਸਕਦੇ। ਉਹਦੀ ਮਰਿਆਦਾ ਕੀ, ਕਿਵੇਂ ਮਰਿਆਦਾ ਉਹ ਇਸ ਸੰਸਾਰ ਨੂੰ ਚਲਾ ਰਿਹਾ, ਆਪਾਂ ਨੂੰ ਨਹੀਂ ਪਤਾ। ਕਿਵੇਂ ਵੇਖੋ ਦਿਨ ਹੋ ਰਿਹਾ, ਕਿਵੇਂ ਰਾਤ ਹੋ ਰਿਹਾ, ਆਪਾਂ ਇਹਦੇ ਬਾਰੇ ਕੀ ਦੱਸਾਂਗੇ ਦਿਨ ਕਿਵੇਂ ਹੋ ਰਿਹਾ ਹੈ? ਭਾਵੇਂ ਸਾਇੰਸ ਨੇ ਤੁੱਕੇ ਲਾਏ ਨੇ ਪਰ ਅਸਲ ਗੱਲ ਨਹੀਂ ਦੱਸ ਸਕਦੇ। ਸਾਇੰਸ ਵਾਲਿਆਂ ਕੋਲ ਵੀ ਤੁੱਕੇ ਹੀ ਨੇ, ਅਸਲ ਅਰਥ ਨਹੀਂ ਹਨ। ਪਾਤਸ਼ਾਹ ਕਹਿੰਦੇ ਵਾਹਿਗੁਰੂ ਨਿਰੰਕਾਰ ਦੀ ਇਹ ਜਿਹੜੀ ਖੇਡ ਹੈ, ਉਹਦੀ ਮਰਿਆਦਾ ਹੈ ਨਾ ਸੰਸਾਰ ਨੂੰ ਬਣਾਉਣ ਦੀ, ਚਲਾਉਣ ਦੀ। ਸੁਖਮਨੀ ਸਾਹਿਬ ਦਾ ਆਪਾਂ ਪਾਠ ਕਰਦੇ ਹਾਂ, ਉੱਥੇ ਮਹਾਰਾਜ ਨੇ ਸਾਫ਼ ਲਿਖ ਦਿੱਤਾ ਕਿ ਪਾਤਸ਼ਾਹ ਜੀ ਕਹਿੰਦੇ ਹਰਨ ਭਰਨ ਜਾ ਕਾ ਨੇਤਰ ਫੋਰ, ਤਿਸ ਕਾ ਮੰਤਰ ਨਾ ਜਾਣੈ ਹੋਰ। ਇਸ ਮੰਤਰ ਨੂੰ ਅੱਜ ਤੱਕ ਕੋਈ ਨਹੀਂ ਜਾਣ ਸਕਿਆ ਕਿ ਵਾਹਿਗੁਰੂ ਕਿਵੇਂ ਅੱਖ ਫਰਕਣ ਦੇ ਸਮੇਂ ਦੇ ਵਿੱਚ ਖਾਲੀਆਂ ਨੂੰ ਭਰ ਦਿੰਦਾ ਹੈ, ਭਰਿਆ ਹੋਇਆਂ ਨੂੰ ਖਾਲੀ ਕਰ ਦਿੰਦਾ। ਜਿਵੇਂ ਸਾਡਾ ਇਹ ਸਰੀਰ, ਇਹਦੇ ਵਿੱਚੋਂ ਆਤਮਾ ਨਿਕਲ ਜਾਂਦੀ, ਮਿੰਟ ਵਿੱਚ ਖਾਲੀ ਹੋ ਗਿਆ ਨਾ ਸਰੀਰ। ਤੇ ਕਿਤੇ ਜਦੋਂ ਉਹ ਜੋਤ ਟਿਕਾਉਂਦਾ ਹੈ, ਬੱਚਾ ਮਾਤ ਗਰਭ ਦੇ ਵਿੱਚ ਜਦੋਂ ਉਹਦਾ ਸਰੀਰ ਪਨਪਿਆ ਬਣਿਆ, ਤਾਂ ਉਹਦੇ ਵਿੱਚ ਜਦੋਂ ਜੋਤ ਪਾਉਂਦਾ ਹੈ ਵਾਹਿਗੁਰੂ, ਉਹ ਵੀ ਉਹੀ ਜਾਣਦਾ ਵੀ ਉਹ ਕਿਸ ਤਰੀਕੇ ਨਾਲ ਉਸ ਮਾਤ ਦੇ ਢੇਲੇ ਵਿੱਚ, ਮਾਤ ਦੇ ਲੋਥੜੇ ਵਿੱਚ ਜੋਤ ਨੂੰ ਪਾਉਂਦਾ ਹੈ। ਇਹ ਕੇਵਲ ਵਾਹਿਗੁਰੂ ਹੀ ਜਾਣਦਾ ਹੈ। ਇਹ ਉਹਦੀ ਕਲਾ ਨੂੰ ਉਹੀ ਜਾਣਦਾ ਹੈ। ਅੱਜ ਤੱਕ ਸਾਇੰਸ ਨਹੀਂ ਦੱਸ ਸਕੀ ਵੀ ਇਹ ਕਈ ਸਹੀ ਟਾਈਮ ਕਦੋਂ ਆਤਮਾ ਸਰੀਰ ਵਿੱਚ ਪ੍ਰਵੇਸ਼ ਹੋਈ ਜੋਤ ਤੇ ਕਦੋਂ ਆਤਮਾ ਨਿਕਲ ਗਈ। ਉਹ ਇੰਨਾ ਕਹਿੰਦੇ ਨੇ ਵੀ ਹਾਂ ਹੁਣੇ 5-7 ਮਿੰਟ ਹੋਏ ਨੇ, ਇਹ ਬੰਦਾ ਡੈਡ ਹੋ ਗਿਆ ਹੈ। ਸਹੀ ਜਿਹੜਾ ਸਮਾਂ ਹੈ ਕਿ ਇਸ ਸਕਿੰਟ ਵਿੱਚ ਆਤਮਾ ਵਿੱਚੋਂ ਨਿਕਲੀ ਹੈ, ਉਹ ਨਹੀਂ ਦੱਸ ਸਕਦੇ। ਉਹ ਅੱਖ ਫਰਕਣ ਦਾ ਸਮਾਂ ਹੈ। ਹਰਨ ਭਰਨ ਜਾ ਕਾ ਨੇਤਰ ਫੋਰ, ਤਿਸ ਕਾ ਮੰਤਰ ਨਾ ਜਾਣੈ ਹੋਰ। ਇਸ ਮੰਤਰ ਨੂੰ, ਇਸ ਜੁਗਤੀ ਨੂੰ ਅੱਜ ਤੱਕ ਕੋਈ ਨਹੀਂ ਜਾਣ ਸਕਿਆ। ਜਦੋਂ ਦਿਨ ਰਾਤ ਵਿੱਚ ਤਬਦੀਲ ਹੁੰਦਾ ਉਦੋਂ ਵੀ 1 ਸੈਕਿੰਡ ਦੀ ਖੇਡ ਹੁੰਦੀ ਹੈ, ਜਿਹਨੂੰ ਤਰਕਾਲਾਂ ਦਾ ਸਮਾਂ ਕਿਹਾ ਗਿਆ ਹੈ। ਤੇ ਜਦੋਂ ਰਾਤ ਦਿਨ ਵਿੱਚ ਤਬਦੀਲ ਹੁੰਦੀ ਉਦੋਂ ਵੀ ਉਹ 1 ਸੈਕਿੰਡ ਦਾ, ਉਹ ਸਹੀ ਸਮਾਂ ਕਿਸੇ ਦੀ ਪਕੜ ਵਿੱਚ ਨਹੀਂ ਹੈ। ਉਹ ਕੇਵਲ ਵਾਹਿਗੁਰੂ ਹੀ ਜਾਣਦਾ ਹੈ। ਇੰਨੇ ਸਮੇਂ ਵਿੱਚ ਉਹ ਚੀਜ਼ ਨੂੰ ਚੇਂਜ ਕਰ ਦਿੰਦਾ, ਅੱਖ ਵਰਕਣ ਦੇ ਸਮੇਂ ਦੇ ਵਿੱਚ ਹੀ। ਹੁਣ ਦੇਖੋ ਕਈ ਵਾਰ ਆਪਣੇ ਮਨ ਵਿੱਚ ਨਾ ਗਲਤ ਖਿਆਲ ਚੱਲਦੇ ਹੁੰਦੇ ਨੇ ਕਿ ਵਾਹਿਗੁਰੂ ਦੀ ਕਿਤੋਂ ਕਲਾ ਵਰਤੀ, 1 ਸੈਕਿੰਡ ਵਿੱਚ ਹੀ ਉਹ ਮਨ ਦੇ ਬੰਦੇ ਦੇ ਖਿਆਲ ਬਦਲ ਜਾਂਦੇ ਨੇ, ਚੰਗੇ ਹੋ ਜਾਂਦੇ ਨੇ, ਉਹ ਚੰਗਾ ਸੋਚਣ ਲੱਗ ਜਾਂਦਾ ਹੈ। ਪਰ ਉਹ ਕਦੋਂ ਹੋਇਆ ਇੰਨਾ ਪਤਾ ਨਹੀਂ ਲੱਗਦਾ। 1 ਸੈਕਿੰਡ ਦੇ ਵਿੱਚ ਹੀ ਉਹ ਸਾਰੀ ਖੇਡ ਵਰਤਾ ਦਿੰਦਾ ਹੈ। ਮਹਾਰਾਜ ਕਹਿੰਦੇ ਤਾਂ ਕਿ ਗਤ ਮਿਤ, ਗਤ ਅਵਸਥਾ ਨੂੰ ਕਹਿੰਦੇ ਤੁਮਰੀ ਗਤ ਮਿਤ ਤੁਮ ਹੀ ਜਾਣੀ। ਤੇਰੀ ਗਤ, ਤੇਰੀ ਅਵਸਥਾ ਕੀ ਹੈ?
ਇਹ ਤੁਸੀਂ ਹੀ ਜਾਣਦੇ ਹੋ, ਅਸੀਂ ਨਹੀਂ ਜਾਣ ਸਕਦੇ। ਮਿੱਤ ਕਹਿੰਦੇ ਮਰਿਆਦਾ ਵੀ, ਤੇਰੀ ਮਰਿਆਦਾ ਕੀ ਹੈ, ਤੇਰੇ ਕੋਲ ਕਲਾ ਕਿੰਨੀ ਹੈ, ਕਿਹੜੀ ਮਰਿਆਦਾ ਨਾਲ ਸੰਸਾਰ ਨੂੰ ਬਣਾਇਆ ਹੈ, ਚਲਾ ਰਿਹਾ ਹੈ, ਇਹ ਤੂੰ ਆਪ ਹੀ ਜਾਣਦਾ। ਬਾਣੀ ਵਿੱਚ ਇੱਕ ਬਚਨ ਆਉਂਦਾ ਭਗਤ ਰਵਿਦਾਸ ਜੀ ਦਾ, ਕਹਿੰਦੇ ਆਪਣਾ ਜਿਹੜਾ ਸਰੀਰ ਹੈ ਨਾ ਮਿੱਟੀ ਦਾ ਪੁਤਲਾ ਹੈ। ਹੁਣ ਮਿੱਟੀ ਦੇ ਪੁਤਲੇ ਤਾਂ ਇੱਥੇ ਮਨੁੱਖ ਵੀ ਬਣਾਉਂਦੇ ਨੇ ਬੜੇ ਬੜੇ, ਵੇਖੋ ਤੁਸੀਂ, ਉਹਨਾਂ ਨੇ ਕਈ ਨਿਹੰਗ ਸਿੰਘਾਂ ਦੇ ਬੁੱਤ ਬਣਾਏ ਨੇ, ਸ਼ੇਰਾਂ ਦੇ, ਜਾਨਵਰਾਂ ਦੇ ਬੜੇ ਬੜੇ ਬੁੱਤ ਬਣਾ ਕੇ ਖਿਲਾਰੇ ਨੇ। ਔਰ ਦੇਖਣ ਵਿੱਚ ਤੁਸੀਂ ਮਹਿਦਿਆਣਾ ਸਾਹਿਬ ਜਾਓ, ਉੱਥੇ ਜਿਹੜੇ ਬਣਾਏ ਨੇ ਨਾ ਸਿੰਘਾਂ ਸਿੰਘਣੀਆਂ ਦੇ ਕਲਬੂਤ, ਉਹ ਦੇਖ ਕੇ ਬੰਦਾ ਹੈਰਾਨ ਹੋ ਜਾਂਦਾ, ਬਿਲਕੁਲ ਲੱਗਦਾ ਵੀ ਇਹ ਸੇਮ ਜੀਵ ਦੇ ਹੀ ਹਨ, ਇੰਨਾ ਭੁਲੇਖਾ ਪੈਂਦਾ ਹੈ ਸਟੈਚੂ ਜਿਹੜੇ ਬਣਾਏ ਗਏ ਨੇ। ਪਰ ਉਹ ਕੰਮ ਤਾਂ ਨਹੀਂ ਨਾ ਉਹ ਕਰ ਸਕਦੇ ਜਿਵੇਂ ਆਪਾਂ ਚੱਲਦੇ ਹਾਂ, ਉਹ ਬਣਾਏ ਤਾਂ ਬਿਲਕੁਲ ਦੇਖੋ ਏਦਾਂ। ਇਹ ਕਲਾ ਵਾਹਿਗੁਰੂ ਵਿੱਚ ਹੀ ਹੈ ਕਿ ਉਹ ਮਾਟੀ ਕੋ ਪੂਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਣੈ ਬੋਲੇ ਦੌੜਿਓ ਫਿਰਤ ਹੈ। ਤਾਂ ਮਿੱਟੀ ਦਾ ਪੁਤਲਾ ਇਹ ਸਰੀਰ ਦੌੜਿਆ ਫਿਰਦਾ, ਬੋਲਦਾ, ਖਾਂਦਾ, ਪੀਂਦਾ, ਭੁੱਖ ਵੀ ਲੱਗਦੀ ਇਹਨੂੰ। ਇਹ ਜਿਹੜੀ ਕਲਾ ਹੈ ਇਹ ਵਾਹਿਗੁਰੂ ਨਿਰੰਕਾਰ ਹੀ ਜਾਣਦਾ। ਇਹ ਮਰਿਆਦਾ ਉਹਨੂੰ ਹੀ ਪਤਾ ਵੀ ਉਹ ਕਿਹੜੇ ਤਰੀਕੇ ਨਾਲ ਇਹਨੂੰ ਭੁੱਖ ਲਵਾਉਂਦਾ ਹੈ, ਕਿਹੜੀ ਮਰਿਆਦਾ ਨਾਲ ਇਹਨੂੰ ਪਿਆਸ ਲਾਉਂਦਾ ਹੈ, ਕਿਹੜੀ ਮਰਿਆਦਾ ਨਾਲ ਇਹਨੂੰ ਨੀਂਦ ਆਉਂਦੀ ਹੈ, ਕਿਹੜੀ ਮਰਿਆਦਾ ਨਾਲ ਇਹ ਜਾਗਦਾ ਹੈ ਸਰੀਰ, ਇਹਦੇ ਵਿੱਚ ਖੂਨ ਕਿਵੇਂ ਚੱਲਦਾ ਪਿਆ ਹੈ, ਸਾਰੀਆਂ ਨਾੜਾਂ ਕਿਵੇਂ ਕੰਮ ਕਰਦੀਆਂ ਨੇ, ਇਹ ਵਾਹਿਗੁਰੂ ਹੀ ਜਾਣਦਾ ਹੈ। ਤੁਮਰੀ ਗਤਮਿਤ ਤੁਮ ਹੀ ਜਾਣੀ, ਤਾਂ ਕਿ ਗਤਮਿਤ ਅਵਰ ਨਾ ਜਾਣੈ, ਗੁਰਬਿਨ ਸਮਝ ਨਾ ਹੋਈ। ਗੁਰੂ ਤੋਂ ਬਿਨਾਂ ਇਸ ਗੱਲ ਦੀ ਸਮਝ ਨਹੀਂ ਆਉਂਦੀ। ਕਿਹੜੀ ਗੱਲ ਦੀ? ਕਿ ਸਾਰਾ ਕੁਝ ਵਾਹਿਗੁਰੂ ਹੀ ਕਰ ਰਿਹਾ ਹੈ, ਮੈਂ ਕੁਝ ਵੀ ਨਹੀਂ ਹਾਂ। ਇਸ ਕਰਕੇ ਇਹ ਸਮਝ ਜਦੋਂ ਆ ਗਈ, ਫਿਰ ਮਨੁੱਖ ਹੋਮੈ ਨਹੀਂ ਕਰਦਾ, ਫਿਰ ਉਹ ਕਹਿੰਦਾ ਨਹੀਂ ਮੈਂ ਨਹੀਂ ਕੁਝ ਕਰ ਸਕਦਾ, ਇਹ ਤਾਂ ਵਾਹਿਗੁਰੂ ਹੀ ਜੋ ਕੁਝ ਕਰ ਰਿਹਾ, ਸਾਰਿਆਂ ਵਿੱਚ ਬੈਠਾ ਉਹੀ ਕਲਾ ਵਰਤਾ ਰਿਹਾ ਹੈ। ਨਹੀਂ ਤੇ ਗੁਰੂ ਤੋਂ ਬਿਨਾਂ ਤਾਂ ਮਨੁੱਖ ਕਹਿੰਦਾ ਮੈਂ ਇਹ ਕੀਤਾ, ਮੈਂ ਇਹ ਕੀਤਾ, ਮੈਂ ਉਹ ਕਰ ਦਿਆਂਗਾ, ਮੈਂ ਏਦਾਂ ਕਰ ਦਿਆਂਗਾ। ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਬੂਝੋ ਬ੍ਰਹਮ ਗਿਆਨੀ। ਹਰ ਇੱਕ ਪੁਰਖ ਦਾ ਇਸਤਰੀ ਵਿੱਚ ਦੇ ਅਧਿਆਸ ਹੋ ਰਿਹਾ ਹੈ, ਇਸਤਰੀ ਦਾ ਪੁਰਖ ਵਿੱਚ ਵਾ। ਵਿਦਵਾਨ ਜਿਹੜੇ ਟੀਕਾਕਾਰ ਅਰਥ ਕਰਦੇ ਨੇ ਕਿ ਪੁਰਸ਼ ਦੇ ਬਿੰਦ ਦੇ ਵਿੱਚ ਜਿਹੜਾ ਹੈ ਉਹ ਦੇਖੋ, ਜਦੋਂ ਇਸਤਰੀ ਪੁਰਸ਼ ਦਾ ਮੇਲ ਹੁੰਦਾ ਹੈ ਤਾਂ ਉਹਦੇ ਵਿੱਚੋਂ ਕਿਤੇ ਪੁੱਤ ਪੈਦਾ ਹੁੰਦਾ, ਕਿਤੇ ਧੀ ਪੈਦਾ ਹੁੰਦੀ ਹੈ। ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਬੂਝੋ ਬ੍ਰਹਮ ਗਿਆਨੀ। ਬ੍ਰਹਮ ਗਿਆਨੀ ਸਤਿਪੁਰਸ਼ਾਂ ਪਾਸੋਂ ਇਸ ਗੱਲ ਨੂੰ ਜਾਣਨਾ ਕਰੋ ਕਿ ਵਾਹਿਗੁਰੂ ਨਿਰੰਕਾਰ ਦੀ ਰਚਨਾ ਕੈਸੀ ਉਦਭੁਤ ਹੈ, ਕਿਵੇਂ ਮਨੁੱਖ ਦੇ ਸਰੀਰ ਵਿੱਚੋਂ ਮਨੁੱਖ ਨੂੰ ਉਹ ਪੈਦਾ ਕਰਦਾ ਹੈ, ਇਸਤਰੀ ਦੇ ਵਿੱਚੋਂ ਹੀ ਪੁਰਖ ਨੂੰ ਪੈਦਾ ਕਰਦਾ ਹੈ, ਪੁਰਖ ਦੇ ਵਿੱਚੋਂ ਹੀ ਇਸਤਰੀ ਨੂੰ ਪੈਦਾ ਕਰਦਾ ਹੈ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਕਥ ਗਾਨੀ। ਧੁਨ ਦੇ ਵਿੱਚ ਜਦੋਂ ਕੋਈ ਧਿਆਨ ਜੋੜਦਾ ਹੈ ਤਾਂ ਮਹਾਰਾਜ ਕਹਿੰਦੇ ਗੁਰੂ ਵਾਲਾ ਬਣ ਕੇ ਜਦੋਂ ਨਾਮ ਜਪਦਾ ਤਾਂ ਉਹਨੂੰ ਇਸ ਗੱਲ ਦੀ ਸਮਝ ਆ ਜਾਂਦੀ ਕਿ ਵਾਹਿਗੁਰੂ ਦੀ ਜਿਹੜੀ ਕਹਾਣੀ ਹੈ ਅਕਥ ਹੈ, ਇਹਦਾ ਅੰਤ ਨਹੀਂ ਲਿਆ ਜਾ ਸਕਦਾ। ਭਾਵੇਂ ਸਾਇੰਸਦਾਨ ਜਾਂ ਵਿਗਿਆਨਕ ਲੋਕ ਇਹ ਦਾਅਵੇ ਕਰਦੇ ਨੇ ਕਿ ਇਸ ਤਰ੍ਹਾਂ ਪਾਣੀ ਬਣਿਆ ਜੀ, ਇਸ ਤਰ੍ਹਾਂ ਇਹ ਬਣਦਾ ਹੈ, ਇਸ ਤਰ੍ਹਾਂ ਇਹ ਬਣਦਾ ਹੈ, ਪਰ ਪਾਤਸ਼ਾਹ ਕਹਿੰਦੇ ਇਹ ਤਾਂ ਅਕਥ ਹੈ, ਬਿਆਨ ਨਹੀਂ ਕੀਤਾ ਜਾ ਸਕਦਾ, ਅਸਲ ਚੀਜ਼ ਦੇ ਮੂਲ ਸਾਧਤਾ ਤੱਕ ਨਹੀਂ ਪਹੁੰਚਿਆ ਜਾ ਸਕਦਾ। ਇਹ ਵਾਹਿਗੁਰੂ ਆਪ ਹੀ ਜਾਣਦਾ ਹੈ। ਮਨ ਮੈਂ ਜੋਤ, ਜੋਤ ਮੈਂ ਮਨੁਆ, ਪੰਚ ਮਿਲੇ ਗੁਰ ਭਾਈ। ਮਨ ਦੇ ਵਿੱਚ ਉਸ ਵਾਹਿਗੁਰੂ ਦੀ ਜੋਤ ਹੈ ਤੇ ਉਸ ਜੋਤ ਦੇ ਵਿੱਚ ਹੀ ਸਾਡਾ ਇਹ ਮਨ ਹੈ, ਭਾਵੇਂ ਜੀਵ ਹੈ, ਬਾਹਰ ਨਹੀਂ ਹੈ ਰੱਬ ਤੋਂ। ਪਾਤਸ਼ਾਹ ਕਹਿੰਦੇ ਪੰਚ ਮਿਲੇ ਗੁਰ ਭਾਈ। ਪਰ ਜਦੋਂ ਮਨੁੱਖ ਇਹ ਗੱਲ ਦੀ ਸਮਝ ਕਦੋਂ ਆਉਂਦੀ ਹੈ ਕਿ ਅਸੀਂ ਰੱਬ ਤੋਂ ਜੁਦਾ ਨਹੀਂ ਹਾਂ, ਵੱਖਰੇ ਨਹੀਂ ਹਾਂ। ਜਿਹੜੇ ਸਾਡੇ ਪੰਜ ਇੰਦਰੇ ਨੇ, ਅੱਖਾਂ, ਨਾਸਕਾ, ਕੰਨ, ਇਹ ਰਸਨਾ ਔਰ ਇਹ ਚਮੜੀ, ਜਦੋਂ ਇਹ ਪੰਜੇ ਮਿਲ ਜਾਂਦੇ ਨੇ ਇੱਕ ਸੁਰ ਹੋ ਜਾਂਦੇ ਨੇ। ਹੁਣ ਕੀ ਹੈ, ਸਾਡੀਆਂ ਅੱਖਾਂ ਕੁਝ ਹੋਰ ਵੇਖਣਾ ਚਾਹੁੰਦੀਆਂ ਨੇ, ਕੰਨ ਕੁਝ ਹੋਰ ਸੁਣਨਾ ਚਾਹੁੰਦੇ ਨੇ, ਚਮੜੀ ਕੁਝ ਹੋਰ, ਰਸਨਾ ਕੁਝ ਹੋਰ। ਪਰ ਇਹ ਜਦੋਂ ਪੰਜੇ ਇੱਕ ਸੁਰ ਹੋ ਜਾਂਦੇ ਨੇ, ਭਾਵ ਵਾਹਿਗੁਰੂ ਦੀ ਬੰਦਗੀ ਵਿੱਚ ਜੁੜ ਜਾਂਦੇ ਨੇ, ਤਾਂ ਉਦੋਂ ਸਮਝ ਆਉਂਦੀ ਕਿ ਮੈਂ ਤਾਂ ਰੱਬ ਦੇ ਵਿੱਚ ਹੀ ਹਾਂ, ਰੱਬ ਤੋਂ ਜੁਦਾ ਨਹੀਂ। ਨਾਨਕ ਤਿਨ ਕੈ ਸਦ ਬਲਿਆਰੀ, ਜਿਨ ਏਕ ਸ਼ਬਦ ਲਿਵ ਲਾਈ। ਮਹਾਰਾਜ ਪਾਤਸ਼ਾਹ ਕਹਿੰਦੇ ਅਸੀਂ ਉਸ ਤੋਂ ਸਦਾ ਬਲਿਹਾਰ ਹਾਂ, ਜਿਹਨੇ ਇੱਕ ਵਾਹਿਗੁਰੂ ਵਿੱਚ ਲਿਵ ਲਾਈ, ਸ਼ਬਦ ਵਿੱਚ ਲਿਵ ਜੋੜੀ ਹੈ। ਉਹਨੂੰ ਇਸ ਗੱਲ ਦਾ ਸਮਝ ਆ ਗਈ, ਭੇਦ ਮਿਲ ਗਿਆ ਕਿ ਸਾਰਾ ਕੁਝ ਕਰਨ ਵਾਲਾ ਰੱਬ ਆਪ ਹੈ। ਜੀਵ ਦਾ ਕੰਮ ਇੰਨਾ ਹੈ ਕਿ ਆਪਣੀ ਹੁਜਤ ਸਿਆਣਪ ਨੂੰ ਛੱਡ ਕੇ ਕੇਵਲ ਸ਼ਬਦ ਦੀ ਕਮਾਈ ਕਰਕੇ ਪਰਮ ਆਨੰਦ ਨੂੰ ਮਾਣੇ।
ਇਸ ਤਰ੍ਹਾਂ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਵਨ ਬਾਣੀ ਦੁਆਰਾ ਉਪਦੇਸ਼ ਬਖਸ਼ਿਆ ਹੈ। ਸਤਿਗੁਰੂ ਦੀ ਬਾਣੀ ਅਗਾਧ ਬੋਧ ਹੈ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।